ਇੱਕ ਸ਼ਲੋਕ ਅਤੇ 3 ਪਦਿਆਂ ਦੀ ਵਿਚਾਰ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਾਂਝੀ ਕੀਤੀ ਸੀ। ਚੌਥੇ ਪਾਵਨ ਪਦੇ ਤੋਂ ਵਿਚਾਰ ਅੱਜ ਆਰੰਭ ਕਰਨੀ ਹੈ। ਅਸੀਸ ਬਖਸ਼ੋ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਫਤਿਹ ਨਾਲ ਸਾਂਝ ਪਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਪਾਵਨ ਅਸ਼ਟਪਦੀ ਅੰਦਰ ਉਸ ਬੇਅੰਤ ਮਾਲਕ ਦੀਆਂ ਬੇਅੰਤ ਬਖਸ਼ਿਸ਼ਾਂ ਦਾ ਜ਼ਿਕਰ ਕਰਦੇ ਨੇ। ਜਿੰਨਾ ਉਹ ਵਿਸ਼ਾਲ ਆਪ ਹੈ, ਉਨੀ ਹੀ ਬੇਅੰਤ ਉਹਦੀ ਰਚਨਾ ਹੈ। ਗੁਰਦੇਵ ਪਾਤਸ਼ਾਹ ਜੀ ਨੇ ਰੱਬੀ ਬਾਣੀ ਦੇ ਅੰਦਰ ਜੀਵ ਨੂੰ ਸਮਝਾਉਣਾ ਕੀਤਾ ਹੈ ਕਿ ਭਲਿਆ ਉਸ ਪਰਿਪੂਰਨ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਉਹ ਤਾਂ ਆਪ ਬੇਅੰਤ ਹੈ ਤੇ ਉਹਦੀ ਬਣਾਈ ਹੋਈ ਕਾਇਨਾਤ ਵੀ ਜਿਹੜੀ ਉਹ ਬੇਅੰਤ ਹੈ। ਤਾਂ ਸਾਹਿਬ ਨੇ ਬਚਨ ਕੀਤੇ, ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੂੰ, ਤੂੰ ਠਾਕੁਰ ਊਚ ਭਗਵਾਨਾ। ਇੱਥੋਂ ਤੱਕ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ, ਜਿਹਵਾ ਏਕ ਕਵਣ ਗੁਣ ਕਹੀਐ। ਸਾਡੇ ਕੋਲ ਇੱਕ ਜ਼ੁਬਾਨ ਹੈ, ਅਸੀਂ ਤੇਰੀ ਕਿਹੜੀ ਕਿਹੜੀ ਸਿਫਤ ਕਰੀਏ, ਕਿਹੜੀ ਵਡਿਆਈ ਕਰੀਏ ਦਾਤਾ। ਜਿਹਵਾ ਏਕ ਕਵਨ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਹੀਐ। ਤੇਰਾ ਅੰਤ ਅੱਜ ਤੱਕ ਕਿਸੇ ਨੇ ਪਾਇਆ ਨਹੀਂ, ਬਲਕਿ ਜਿਹੜਾ ਤੇਰੇ ਚਰਨਾਂ ਨਾਲ ਸਾਂਝ ਪਾ ਲੈਂਦਾ ਹੈ, ਬਸ ਉਹ ਤਾਂ ਇੱਕ ਹੀ ਬਚਨ ਕਹਿੰਦਾ ਹੈ ਕਿ ਉਹ ਬੇਅੰਤ ਹੈ, ਬੇਅੰਤ ਹੈ, ਬੇਅੰਤ ਹੈ। ਉਹ ਅਥਾਹ ਹੈ। ਤਾਂ ਐਸੇ ਪਰਿਪੂਰਨ ਪਰਮਾਤਮਾ ਦੇ ਚਰਨਾਂ ਨਾਲ ਅਗਰ ਕੋਈ ਜਗਿਆਸੂ ਜੁੜਦਾ ਹੈ ਤਾਂ ਗੁਰਦੇਵ ਆਖਦੇ ਨੇ ਕਿਤੇ ਜੁੜੇ ਹੋਏ ਨੂੰ ਇਹ ਹੰਕਾਰ ਨਾ ਆ ਜਾਵੇ ਕਿ ਮੈਂ ਇਕੱਲਾ ਹੀ ਸਭ ਤੋਂ ਸ੍ਰੇਸ਼ਟ ਹਾਂ ਤੇ ਮੈਂ ਕਿਤੇ ਮਹਾਨ ਹਾਂ। ਮਹਾਰਾਜ ਆਖਦੇ ਨੇ ਇਹ ਫੁਰਨਾ ਵੀ ਬੰਦੇ ਨੂੰ ਹੰਕਾਰੀ ਬਣਾ ਦਿੰਦਾ ਹੈ। ਤਾਂ ਗੁਰੂ ਅਰਜਨ ਸਾਹਿਬ ਇਸ ਮਨੁੱਖ ਨੂੰ ਇੱਕ ਵਿਸਮਾਦ ਅਵਸਥਾ ਵਿੱਚ ਲੈ ਕੇ ਜਾਂਦੇ ਨੇ। ਵਿਸਮਾਦ ਅਵਸਥਾ ਕੀ ਹੈ ਕਿ ਇਹ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ, ਤੇਰੀ ਕਾਇਨਾਤ ਕਿੰਨੀ ਵਿਸ਼ਾਲ ਹੈ। ਇਹਦੇ ਵਿੱਚ ਕੇਵਲ ਇਕੱਲਾ ਮੈਂ ਹੀ ਨਹੀਂ, ਮੇਰੇ ਵਰਗੇ ਹੋਰ ਕਿੰਨੇ ਕੁ ਉਹਦੀ ਰਚਨਾ ਦੇ ਵਿੱਚ ਨਾਮ ਪੇ ਜਪਦੇ ਨੇ। ਕੋਈ ਸਿਮਰਨ ਕਰ ਰਿਹਾ, ਕੋਈ ਭਗਤੀ ਕਰ ਰਿਹਾ, ਕੋਈ ਬੰਦਗੀ ਕਰ ਰਿਹਾ। ਤਾਂ ਗੁਰੂ ਪਾਤਸ਼ਾਹ ਜੀ ਨੇ ਕਾਦਰ ਦੀ ਕੁਦਰਤ ਦਾ ਇੱਕ ਦ੍ਰਿਸ਼ ਖਿੱਚ ਕੇ ਮਨੁੱਖ ਦੇ ਸਾਹਮਣੇ ਰੱਖਿਆ ਹੈ ਕਿ ਆਹ ਵੇਖ ਉਹਦੀ ਬੇਅੰਤ ਰਚਨਾ ਤੇ ਉਸ ਬੇਅੰਤ ਦੀਆਂ ਬਖਸ਼ਿਸ਼ਾਂ ਕਿਵੇਂ ਇਸ ਜਹਾਨ ਦੇ ਅੰਦਰ ਵਰਤਣੀਆਂ ਨੇ। ਤਾਂ ਮੇਰੇ ਸਾਹਿਬ ਕਿਰਪਾ ਕਰਦੇ ਨੇ, ਕਈ ਕੋਟ ਰਾਜਸ ਤਾਮਸ ਸਾਤਕ, ਕਰੋੜਾਂ ਹੀ ਜੀਵ ਮਾਇਆ ਦੇ ਤਿੰਨਾਂ ਗੁਣਾਂ ਵਿੱਚ ਜੀ ਰਹੇ ਨੇ। ਮਾਇਆ ਦੇ ਇਹ 3 ਗੁਣ ਨੇ, ਰਜ ਗੁਣ, ਤਮ ਗੁਣ, ਸਤ ਗੁਣ। ਇਹ ਮਾਇਆ ਦੇ 3 ਗੁਣ ਨੇ। ਕਈ ਰਾਜਸੀ ਤਾਕਤ ਦੇ ਅਧੀਨ, ਕਈ ਮਨੁੱਖ ਪਦਾਰਥਾਂ ਦੇ ਲਾਲਚ ਦੇ ਅਧੀਨ, ਤੇ ਕਈ ਸੰਸਾਰ ਦੇ ਅੰਦਰ ਭਲੇ ਕਰਮ ਕਰ ਰਹੇ ਹਨ। ਤਾਂ ਇਹ ਮਾਇਆ ਦੇ 3 ਗੁਣ ਨੇ। ਰਾਜਸੀ ਤਾਕਤ ਹੋਣਾ, ਬਲ ਹੋਣਾ, ਪਦਾਰਥਾਂ ਦਾ ਲਾਲਚ, ਤਮਾ ਹੋਣਾ, ਲਾਲਚੀ ਬਿਰਤੀ ਵਿੱਚ ਕਈ ਕਰੋੜਾਂ ਜੀਵ ਜੀ ਰਹੇ ਨੇ। ਕਈ ਤਾਕਤ ਵਸ ਜੀ ਰਹੇ ਨੇ, ਕਈ ਮਨੁੱਖ ਭਲੇ ਕਰਮ ਕਰ ਰਹੇ ਨੇ ਦੁਨੀਆ ਅੰਦਰ। ਕਈ ਕੋਟ ਵੇਦ ਪੁਰਾਣ ਸਿਮਰਤ ਅਰ ਸ਼ਾਸਤਰ। ਮਹਾਰਾਜ ਆਖਦੇ ਨੇ ਕਰੋੜਾਂ ਹੀ ਜੀਵ ਵੇਦਾਂ ਪੁਰਾਣਾਂ ਸਿਮਰਤੀਆਂ ਤੇ ਸ਼ਾਸਤਰਾਂ ਦਾ ਪਾਠ ਪਏ ਕਰਦੇ ਨੇ।
ਕਈ ਕੋਟ ਕੀਏ ਰਤਨ ਸਮੁੰਦ। ਕਰੋੜਾਂ ਹੀ ਜੀਵ ਜੇ ਅਕਾਲ ਪੁਰਖ ਪਰਮਾਤਮਾ ਦੀ ਬੰਦਗੀ ਪਏ ਕਰਦੇ ਨੇ ਤੇ ਕਰੋੜਾਂ ਹੀ ਅਕਾਲ ਪੁਰਖ ਨੇ ਸਮੁੰਦਰ ਤੇ ਉਹਨਾਂ ਵਿੱਚ ਰਤਨ ਪੈਦਾ ਕਰ ਦਿੱਤੇ ਨੇ। ਅਥਾਹ ਹੀ ਸਾਗਰ, ਅਥਾਹ ਹੀ ਉਹਨਾਂ ਵਿੱਚ ਰਤਨ ਹਨ। ਕਈ ਕੋਟ ਨਾਨਾ ਪ੍ਰਕਾਰ ਜੰਤ। ਅਤੇ ਮਹਾਰਾਜ ਆਖਦੇ ਨੇ ਕਈ ਪ੍ਰਕਾਰ ਦੇ ਜੀਵ ਜੰਤ ਅਕਾਲ ਪੁਰਖ ਨੇ ਪੈਦਾ ਕੀਤੇ ਨੇ। ਪਾਣੀ ਵਿੱਚ ਵੇਖੀਏ, ਧਰਤੀ ਤੇ ਵੇਖੀਏ, ਆਕਾਸ਼ ਤੇ ਵੇਖੀਏ, ਹਵਾ ਵਿੱਚ ਵੇਖੀਏ, ਬੇਅੰਤ ਐਸੇ ਜੀਵ ਨੇ, ਬੇਅੰਤ ਉਹਨਾਂ ਦੀਆਂ ਕਿਸਮਾਂ ਨੇ। ਬਲਕਿ ਇੱਕ ਦਰਖਤ ਦੇ ਉੱਤੇ ਲੱਗੇ ਹੋਏ ਲੱਖਾਂ ਪੱਤੇ ਵੀ ਜਿਹੜੇ ਹਨ ਉਹਨਾਂ ਵਿੱਚ ਵੀ ਭਿੰਨਤਾ ਹੈ। ਲੱਖਾਂ ਕਰੋੜਾਂ ਵਨਸਪਤੀ ਫੁੱਲ ਖਿੜਦੇ ਨੇ, ਉਹਨਾਂ ਵਿੱਚ ਵੀ ਭਿੰਨਤਾ ਹੈ। ਇੱਥੋਂ ਤੱਕ ਅੱਜ ਤੋਂ ਹਜ਼ਾਰਾਂ ਸਾਲ ਪੁਰਾਣੇ ਜੇ ਕਬਰਾਂ ਪੁੱਟ ਕੇ ਤੇ ਉਹਨਾਂ ਦੇ ਬੰਜਰ ਹੋ ਚੁੱਕੇ ਸਰੀਰ ਤੇ ਉਹਨਾਂ ਦੇ DNA ਲਈ ਜਾਣ ਤਾਂ ਹਰ ਇੱਕ ਮਨੁੱਖ ਦੀ ਜਿਹੜੀ ਹੈ ਉਹ ਹਸਤੀ ਵੱਖਰੀ ਨਜ਼ਰ ਆਵੇਗੀ, ਇੱਕ ਦੂਜੇ ਨਾਲ ਮੇਲ ਨਹੀਂ ਖਾਵੇਗੀ। ਅੱਜ ਧਰਤੀ ਦੇ ਉੱਤੇ ਕਿੰਨੇ ਜੀਵ ਨੇ ਪਰ ਇੱਕ ਦਾ ਫਿੰਗਰ ਦੂਜੇ ਦੇ ਨਾਲ ਮੈਚ ਨਹੀਂ ਕਰਦਾ। ਬਲਕਿ ਭਾਰਤ ਦੇਸ਼ ਅੰਦਰ 140 ਕਿ 45 ਕਰੋੜ ਦੁਨੀਆ ਹੈ ਪਰ ਇੱਕ ਦਾ ਫਿੰਗਰਪ੍ਰਿੰਟ ਦੂਜੇ ਨਾਲ ਮੈਚ ਨਹੀਂ ਕਰਦਾ। ਇਹ ਰੱਬ ਦੀ ਹੀ ਸਭ ਤੋਂ ਵੱਡੀ ਤਾਕਤ ਹੈ, ਇਹ ਰੱਬ ਦੀ ਸਭ ਤੋਂ ਵੱਡੀ ਕਲਾਕਾਰੀ ਹੈ, ਇਹ ਰੱਬ ਦੀ ਸਭ ਤੋਂ ਵੱਡੀ ਕਰਾਮਾਤ ਹੈ। ਇੱਕ ਘਰ ਦੇ ਅੰਦਰ ਰਹਿੰਦਿਆਂ ਹੋਇਆਂ ਜੇ 4-5 ਮੈਂਬਰ ਨੇ ਤੇ ਹਰ ਇੱਕ ਦੇ ਥਾਟਸ ਵੱਖਰੇ ਨੇ, ਵਿਚਾਰ ਵੱਖਰੀ ਹੈ, ਸੋਚ ਵੱਖਰੀ ਹੈ, ਬੋਲਣ ਦੀ ਭਾਸ਼ਾ ਜਿਹੜੀ ਹੈ ਉਹ ਜ਼ੁਬਾਨ ਵੱਖਰੀ ਹੈ, ਸੋਚਣ ਸ਼ਕਤੀ ਵੱਖਰੀ ਹੈ, ਕੰਮ ਕਰਨ ਦਾ ਢੰਗ ਵੀ ਤਰੀਕਾ ਵੀ ਵੱਖਰਾ ਹੈ। ਤਾਂ ਇਹ ਉਸ ਪਰਿਪੂਰਨ ਪਰਮਾਤਮਾ ਦੀ ਰਚਨਾ ਹੈ ਜਿਸ ਅੰਦਰ ਉਹਨੇ ਭਾਂਤ ਭਾਂਤ ਦੇ ਜੀਵ ਪੈਦਾ ਕੀਤੇ ਨੇ। ਕਈ ਕੋਟ ਕੀਏ ਚਿਰ ਜੀਵੇ। ਕਰੋੜਾਂ ਜੀਵ ਐਸੇ ਪੈਦਾ ਕੀਤੇ ਨੇ ਜਿਨ੍ਹਾਂ ਦੀ ਉਮਰ ਬੜੀ ਲੰਮੀ ਹੈ, ਬਹੁਤ ਲੰਮੀ ਉਮਰ ਭੋਗਣ ਵਾਲੇ ਸੰਸਾਰ ਵਿੱਚ ਜੀਵ ਨੇ। ਸੱਪਾਂ ਦੀ ਉਮਰ ਬੜੀ ਲੰਮੀ ਮੰਨੀ ਗਈ ਹੈ, ਮਗਰਮੱਛ ਹੋ ਗਏ, ਦਰਿਆਈ ਘੋੜੇ ਹੋ ਗਏ, ਕਈ ਐਸੇ ਜੀਵ ਨੇ ਜਿਨ੍ਹਾਂ ਦੀ ਉਮਰ ਬੜੀ ਲੰਮੀ ਹੈ, 2-2 ਸਾਲ 300-300 ਸਾਲ 500-500 ਸਾਲ ਜੀਵਾਂ ਦੀ ਉਮਰ ਹੈ। ਕਈ ਕੋਟ ਗਿਰੀ ਮੇਰ ਸਵਰਨ ਥੀਵੇ। ਕਰੋੜਾਂ ਹੀ ਅਕਾਲ ਪੁਰਖ ਨੇ ਪਹਾੜ ਬਣਾਏ ਨੇ ਅਤੇ ਮੇਰ ਦਾ ਅਰਥ ਹੈ ਸੁਮੇਰ ਪਰਬਤ, ਸਵਰਨ ਦਾ ਅਰਥ ਹੈ ਸੋਨਾ। ਸੋਨੇ ਵਰਗੇ ਪਤਾ ਨਹੀਂ ਕਿੰਨੇ ਕੁ ਸੁਮੇਰ ਪਰਬਤ ਵਰਗੇ ਪਹਾੜ ਅਕਾਲ ਪੁਰਖ ਨੇ ਸੋਨੇ ਦੇ ਬਣਾ ਦਿੱਤੇ। ਕਈ ਕੋਟ ਜਖੈ ਕਿੰਨਰ ਪਿਸ਼ਾਚ। ਕਰੋੜਾਂ ਹੀ ਐਸੇ ਜੀਵ ਹਨ ਇਸ ਧਰਤੀ ਦੇ ਉੱਤੇ ਜਿਹੜੇ ਕਿ ਧਨ ਦੇਵਤੇ ਦੀ ਪੂਜਾ ਕਰਨ ਵਾਲੇ ਹਨ। ਕਰੋੜਾਂ ਹੀ ਐਸੇ ਜੀਵ ਹਨ ਜਿਨ੍ਹਾਂ ਦੇ ਧੜ ਮਨੁੱਖਾਂ ਵਰਗੇ ਪਰ ਸਿਰ ਜਿਹੜੇ ਹਨ ਉਹ ਪਸ਼ੂਆਂ ਵਰਗੇ ਹਨ। ਉਹਨਾਂ ਦੀ ਵਿਚਾਰ ਪਸ਼ੂਆਂ ਵਰਗੀ, ਧੜ ਮਨੁੱਖਾਂ ਵਰਗੇ ਹਨ। ਪਿਸ਼ਾਚ ਦਾ ਅਰਥ ਹੈ ਸਭ ਤੋਂ ਨੀਵਾਂ। ਮਹਾਰਾਜ ਆਖਦੇ ਨੇ ਕਰੋੜਾਂ ਹੀ ਜੀਵ ਅਕਾਲ ਪੁਰਖ ਪਰਮਾਤਮਾ ਨੇ ਉਹ ਪੈਦਾ ਕੀਤੇ ਜਿਹੜੇ ਅੱਤ ਦਾ ਨੀਵਾਂ ਜੀਵਨ ਜਿਉਂਦੇ ਹਨ। ਕਈ ਕੋਟ ਭੂਤ ਪ੍ਰੇਤ ਸ਼ੂਕਰ ਮ੍ਰਿਗਾਚ। ਅਤੇ ਕਰੋੜਾਂ ਹੀ ਉਹ ਅਕਾਲ ਪੁਰਖ ਪਰਮਾਤਮਾ ਨੇ ਭੂਤ ਅਤੇ ਪ੍ਰੇਤ ਆਦਿਕ ਬਿਰਤੀ ਵਾਲੇ ਜੀਵ ਪੈਦਾ ਕੀਤੇ ਨੇ। ਸੂਰ ਅਤੇ ਸ਼ੇਰ ਦੀ ਬਿਰਤੀ ਵਾਲੇ ਕਰੋੜਾਂ ਹੀ ਜੀਵ ਸੰਸਾਰ ਦੇ ਅੰਦਰ ਹਨ। ਸਭ ਤੇ ਨੇੜੇ ਸਭੂ ਤੇ ਦੂਰ। ਪਰ ਅਕਾਲ ਪੁਰਖ ਪਰਮਾਤਮਾ ਸਭ ਦੇ ਨੇੜੇ ਵੀ ਹੈ, ਸਭ ਦੇ ਦੂਰ ਵੀ ਹੈ। ਅਕਾਲ ਪੁਰਖ ਪਰਮੇਸ਼ਰ ਕੀਤੇ ਹੋਏ ਕਰਮਾਂ ਅਨੁਸਾਰ ਨੇੜੇ ਹੁੰਦਾ ਹੈ ਤੇ ਕੀਤੇ ਹੋਏ ਕਰਮਾਂ ਅਨੁਸਾਰ ਹੀ ਦੂਰ ਹੋ ਜਾਂਦਾ ਹੈ। ਜੇ ਕੋਈ ਜੀਵ ਚੰਗੇ ਕਰਮ ਕਰਦਾ ਹੈ ਰੱਬ ਉਹਦੇ ਬਹੁਤ ਨੇੜੇ ਹੈ,
ਜੇ ਕੋ ਅਤ ਦੇ ਮੰਦੇ ਕਰਮ ਕਰਦਾ ਹੈ, ਰੱਬ ਉਹਨਾਂ ਤੋਂ ਬਹੁਤ ਦੂਰ ਹੈ। ਨਾਨਕ ਆਪ ਅਲਿਪਤ ਰਿਆ ਭਰਪੂਰ। ਹੇ ਨਾਨਕ, ਉਹ ਪਰਿਪੂਰਨ ਪਰਮਾਤਮਾ ਸਰਬ ਵਿਆਪਕ ਹੈ, ਹਰ ਥਾਂ ਤੇ ਉਹ ਆਪ ਵਿਰਾਜਮਾਨ ਹੈ, ਪਰ ਇਹਨਾਂ ਜੀਵਾਂ ਦੇ ਵਿੱਚ ਹੁੰਦਿਆਂ ਹੋਇਆਂ ਵੀ ਬੇਦਾਗ ਹੈ। ਉਹਦੇ ਤੇ ਕਿਸੇ ਜੀਵ ਦੇ ਕੀਤੇ ਹੋਏ ਕਰਮ ਦਾ ਪ੍ਰਭਾਵ ਨਹੀਂ ਪੈਂਦਾ, ਰਹਿੰਦਾ ਜੀਵਾਂ ਦੇ ਅੰਦਰ ਹੈ। ਪਰ ਜਿਵੇਂ ਇੱਕ ਕਮਲ ਫੁੱਲ ਚਿੱਕੜ ਵਿੱਚ ਰਹਿ ਕੇ ਵੀ ਨਿਰਲੇਪ ਹੈ, ਜਿਵੇਂ ਇੱਕ ਮੁਰਗਾਬੀ ਪੰਛੀ ਪਾਣੀ ਉੱਤੇ ਤੈਰਦੀ ਹੋਈ ਵੀ ਨਿਰਲੇਪ ਹੈ, ਇਸੇ ਤਰ੍ਹਾਂ ਉਹ ਪਰਿਪੂਰਨ ਪਰਮਾਤਮਾ ਇਸ ਜਗਤ ਵਿੱਚ ਰਹਿੰਦਾ ਹੋਇਆ ਵੀ ਉਹ ਨਿਰਲੇਪ ਰਹਿੰਦਾ ਹੈ, ਕਦੀ ਮੈਲਾ ਨਹੀਂ ਹੁੰਦਾ। ਤਾਂ ਸਤਿਗੁਰ ਪਾਤਸ਼ਾਹ ਜੀ ਰਹਿਮਤ ਕਰਦੇ ਹਨ, ਕਈ ਕੋਟ ਪਾਤਾਲ ਕੇ ਵਾਸੀ, ਅਤੇ ਕਰੋੜਾਂ ਹੀ ਜੀਵ ਐਸੇ ਹਨ ਜਿਹੜੇ ਪਾਤਾਲ ਦੇ ਵਿੱਚ ਵਸ ਰਹੇ ਹਨ। ਕਈ ਕੋਟ ਨਰਕ ਸੁਰਗ ਨਿਵਾਸੀ, ਅਤੇ ਕਰੋੜਾਂ ਹੀ ਜੀਵ ਹਨ ਜਿਹੜੇ ਨਰਕ ਅਤੇ ਸੁਰਗ ਵਿੱਚ ਨਿਵਾਸ ਕਰਦੇ ਨੇ। ਭਾਵ ਕੋਈ ਸੁਖੀ ਜੀਵਨ ਜੀ ਰਿਹਾ ਹੈ ਤੇ ਕੋਈ ਦੁਖੀ ਜੀਵਨ ਜੀ ਰਿਹਾ ਹੈ। ਕਈ ਕੋਟ ਜਨਮੈ ਜੀਵੈ ਮਰੈ, ਕਰੋੜਾਂ ਜੀਵ ਐਸੇ ਨੇ ਜਿਹੜੇ ਜਨਮ ਲੈਂਦੇ ਹਨ ਤੇ ਜਨਮ ਲੈ ਕੇ ਫਿਰ ਮਰ ਜਾਂਦੇ ਹਨ। ਸੰਸਾਰ ਵਿੱਚ ਆਉਂਦੇ ਹਨ ਤੇ ਆ ਕੇ ਫਿਰ ਚਲੇ ਜਾਂਦੇ ਹਨ। ਕਈ ਕੋਟ ਵੋ ਜੋਨੀ ਫਿਰੈ, ਕਰੋੜਾਂ ਜੀਵ ਐਸੇ ਨੇ ਜਿਹੜੇ ਜੋਨੀਆਂ ਵਿੱਚ ਭਟਕ ਰਹੇ ਹਨ। ਜਿਵੇਂ ਗੁਰਦੇਵ ਪਾਤਸ਼ਾਹ ਜੀ ਨੇ ਰਹਿਮਤ ਕੀਤੀ ਬਾਣੀ ਅੰਦਰ, ਸਾਹਿਬ ਆਖਦੇ ਨੇ ਕਈ ਕੋਟ ਦੁਨੀਆ ਦੇ ਅੰਦਰ ਐਸੇ ਜੀਵ ਨੇ ਜਿਹੜੇ ਕਿ ਸੱਪ ਦੀ ਜੂਨੀ, ਵੰਸਪਤੀ ਦੀ ਜੂਨੀ, ਘੋੜਿਆਂ ਦੀ ਜੂਨੀ, ਜੀਵ ਜੰਤਾਂ ਦੀ ਜੂਨੀ ਭੋਗਦੇ ਹਨ। ਇੱਕ ਚੱਕਰ ਸੰਸਾਰ ਦੇ ਅੰਦਰ ਚੱਲ ਰਿਹਾ ਹੈ, ਜੀਵ ਆ ਰਹੇ ਹਨ, ਜੀਵ ਜਾ ਰਹੇ ਹਨ। ਤਾਂ ਇੱਕ ਲੰਮਾ ਗੇੜ ਪੈ ਜਾਂਦਾ ਹੈ ਅਗਰ ਕੋਈ ਮਨੁੱਖਾ ਜੀਵਨ ਧਾਰਨ ਕਰਕੇ ਜੀਵਨ ਦਾ ਮਕਸਦ ਭੁੱਲ ਜਾਂਦਾ ਹੈ। ਤਾਂ ਹੀ ਗੁਰੂ ਅਰਜਨ ਸਾਹਿਬ ਮਹਾਰਾਜ ਸਾਨੂੰ ਰੋਜ਼ਾਨਾ ਸੁਚੇਤ ਕਰਦੇ ਹਨ। ਉਹ ਗੱਲ ਵੱਖਰੀ, ਆਪਾਂ ਵਿਸਰ ਜਾਂਦੇ ਹਾਂ, ਭੁੱਲ ਜਾਂਦੇ ਹਾਂ। ਗੁਰੂ ਦਾ ਇੱਕ ਬੜਾ ਹੀ ਪਿਆਰਾ ਸੁਭਾਅ ਹੈ, ਉਹ ਇਹ ਕਿ ਗੁਰੂ ਹਮੇਸ਼ਾ ਯਾਦ ਕਰਾਉਂਦਾ ਹੈ, ਚੇਤੇ ਕਰਾਉਂਦਾ ਹੈ। ਤੇ ਮਨੁੱਖ ਦਾ ਇੱਕ ਸੁਭਾਅ ਰਿਹਾ, ਉਹ ਹੈ ਭੁੱਲਣ ਵਾਲਾ, ਅਸੀਂ ਭੁੱਲ ਜਾਂਦੇ ਹਾਂ। ਗੁਰੂ ਸਵੇਰੇ ਯਾਦ ਕਰਾਉਂਦਾ ਹੈ, ਅਸੀਂ ਸ਼ਾਮ ਤੱਕ ਫਿਰ ਭੁੱਲ ਜਾਂਦੇ ਹਾਂ। ਸ਼ਾਮੀ ਯਾਦ ਕਰਾਉਂਦਾ ਹੈ, ਅਸੀਂ ਸੌਣ ਲੱਗਿਆਂ ਫਿਰ ਭੁੱਲ ਜਾਂਦੇ ਹਾਂ। ਗੁਰੂ ਫਿਰ ਯਾਦ ਕਰਾਉਂਦਾ ਹੈ, ਅਸੀਂ ਸਵੇਰੇ ਜਾਗਦੇ ਹਾਂ ਫਿਰ ਭੁੱਲੇ ਹੁੰਦੇ ਹਾਂ ਕਿ ਸਾਡੇ ਜੀਵਨ ਦਾ ਮਕਸਦ ਕੀ ਹੈ। ਤਾਂ ਗੁਰੂ ਸਾਹਿਬ ਤਾਂ ਰੋਜ਼ ਹੀ ਇਹ ਬਚਨ ਕਰਦੇ ਹਨ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਹੁਣ ਅਸੀਂ ਇਹ ਪੜ੍ਹਦੇ ਹੋਏ ਵੀ ਨਾਮ ਨਹੀਂ ਜਪਦੇ, ਸਿਮਰਨ ਨਹੀਂ ਕਰਦੇ, ਸਤਸੰਗ ਨਹੀਂ ਕਰਦੇ, ਤਾਂ ਕੀ ਹੈ, ਜੀਵਨ ਇਸ ਤਰ੍ਹਾਂ ਹੀ ਬਿਰਥਾ ਲੰਘ ਜਾਂਦਾ ਹੈ। ਔਧ ਘਟੈ ਦਿਨ ਸਿਰੈ ਨਾਰੇ, ਮਨ ਗੁਰਮਿਲ ਕਾਜ ਸਵਾਰੇ। ਉਹ ਭਲਿਆ ਤੇਰੀ ਜ਼ਿੰਦਗੀ ਇਸ ਤਰ੍ਹਾਂ ਹੀ ਲੰਘਦੀ ਜਾ ਰਹੀ ਹੈ, ਸੰਸਾਰ ਦੀ ਮੌਜ ਮਸਤੀਆਂ ਵਿੱਚ ਇਹ ਸਮਾਂ ਬਤੀਤ ਹੋ ਜਾਂਦਾ ਏ। ਫਿਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਖਦੇ ਹਨ, ਕਰਨੋ ਤੋ ਸੋ ਨਾ ਕੀਓ, ਭਰਿਓ ਲੋਭ ਕੈ ਫੰਦ। ਜੋ ਕਰਨ ਵਾਸਤੇ ਦੁਨੀਆ ਵਿੱਚ ਆਇਆ ਸੀ ਉਹ ਨਹੀਂ ਕੀਤਾ, ਹੋਰ ਹੋਰ ਕਾਰਜ ਸਾਰੀ ਜ਼ਿੰਦਗੀ ਕਰਦਾ ਰਿਹਾ। ਤੇ ਜਦੋਂ ਇਹਨੂੰ ਹੋਸ਼ ਆਈ ਤੇ ਉਦੋਂ ਇਹਦੇ ਕੋਲ ਸਮਾਂ ਨਹੀਂ ਸੀ। ਕਰਨੋ ਤੋ ਸੋ ਨਾ ਕੀਓ, ਭਰਿਓ ਲੋਭ ਕੈ ਫੰਦ। ਨਾਨਕ ਸਮਿਓ ਰਮ ਗਿਓ, ਅਬ ਕਿਉਂ ਰੋਵਤ ਅੰਧ। ਹੁਣ ਰੋਂਦਾ ਹੈ, ਹੁਣ ਰੋਂਦਾ ਇਸ ਲਈ ਹੈ ਕਿ ਇਹ ਜੀਵਨ ਤਾਂ ਮਿਲਿਆ ਸੀ ਅਕਾਲ ਪੁਰਖ ਦੀ ਪ੍ਰਾਪਤੀ ਵਾਸਤੇ, ਪਰ ਉਹ ਸਮਾਂ ਗਵਾ ਲਿਆ ਕੇਵਲ ਸੰਸਾਰ ਦੇ ਕੰਮ ਕਰਦਿਆਂ, ਸੰਸਾਰ ਦੇ ਧੰਦੇ ਕਰਦਿਆਂ। ਧੰਦਾ ਕਰਦਿਆਂ ਨਿਫਲ ਜਨਮ ਗਵਾਇਆ, ਸੁਖ ਦਾਤਾ ਮਨ ਨਾ ਵਸਾਇਆ। ਮਹਾਰਾਜ ਇਸੇ ਵੀ ਬਚਨ ਕਰਦੇ ਨੇ, ਕਰੋੜਾਂ ਜੀਵ ਐਸੇ ਹਨ ਜਿਹੜੇ ਕਿ ਜੁਨੀਆਂ ਵਿੱਚ ਭਟਕ ਰਹੇ ਹਨ। ਕਈ ਕੋਟ ਬੈਠਤ ਹੀ ਖਾਹੇ, ਕਈ ਕਰੋੜ ਐਸੇ ਜੀਵ ਹਨ ਜਿਨ੍ਹਾਂ ਨੂੰ ਕੋਈ ਘਾਲਣਾ ਨਹੀਂ ਘਾਲਣੀ ਪੈਂਦੀ। ਉਹਨਾਂ ਦੇ ਚੰਗੇ ਕਰਮਾਂ ਕਾਰਨ ਉਹਨਾਂ ਨੂੰ ਬੈਠਿਆਂ ਹੀ ਬਹੁਤ ਕੁਝ ਹਾਸਲ ਹੋ ਜਾਂਦਾ ਹੈ।
ਕਈ ਕੋਟ ਘਾਲੇ ਥਕ ਪਾਹੇ। ਪਰ ਕਈ ਕਰੋੜ ਐਸੇ ਜੀਵ ਹਨ ਜਿਹੜੇ ਬੜੀ ਘਾਲਣਾ ਕਰਦੇ ਨੇ, ਅਖੀਰ ਥੱਕ ਟੁੱਟ ਜਾਂਦੇ ਹਨ। ਕਈ ਕੋਟ ਕੀਏ ਧਨਵੰਤ। ਰੱਬ ਦੀ ਰਚਨਾ ਅੰਦਰ ਕਈ ਕਰੋੜਾਂ ਜੀਵ ਧਨੀ ਹਨ ਜਿਨ੍ਹਾਂ ਕੋਲ ਅੱਤ ਦਾ ਧਨ ਹੈ। ਕਈ ਕੋਟ ਮਾਇਆ ਮੈਂ ਚਿੰਤ। ਪਰ ਕਰੋੜਾਂ ਜੀਵ ਐਸੇ ਨੇ ਜਿਹੜੇ ਮਾਇਆ ਦੀ ਚਿੰਤਾ ਵਿੱਚ ਹੀ ਬੈਠੇ ਰਹਿੰਦੇ ਨੇ। ਇਹ ਜਦੋਂ ਮਨੁੱਖ ਦੇ ਮਨ ਅੰਦਰ ਚਿੰਤਾ ਪੈਦਾ ਹੁੰਦੀ ਹੈ ਨਾ ਮਾਇਆ ਦੀ, ਗੁਰਦੇਵ ਨੇ ਉੱਥੇ ਬੜਾ ਇੱਕ ਉਪਦੇਸ਼ ਪਿਆਰਾ ਦਿੱਤਾ ਹੈ। ਸਾਹਿਬ ਆਖਦੇ ਨੇ ਕਿ ਭਲਿਆ ਹਰ ਵਕਤ ਤੂੰ ਮਾਇਆ ਦੀ ਚਿੰਤਾ ਕਰਦਾ ਏ, ਕਦੀ ਰੱਬ ਦਾ ਚੇਤਾ ਵੀ ਕਰਿਆ ਕਰ। ਜਦੋਂ ਬਾਰ-ਬਾਰ ਇਹ ਮਨੁੱਖ ਮਾਇਆ ਨੂੰ ਚੇਤੇ ਕਰਦਾ ਏ ਤਾਂ ਇਹ ਮਾਇਆ ਦਾ ਚਿੰਤਨ ਹੀ ਕਈ ਵਾਰੀ ਜਨਮ ਤੇ ਮਰਨ ਦੇ ਗੇੜ ਵਿੱਚ ਪਾ ਦਿੰਦਾ ਹੈ। ਬਹੁਤ ਸਾਰੇ ਜੀਵ ਹਨ ਜਿਨ੍ਹਾਂ ਦੀ ਇਹ ਬਿਰਤੀ ਬਣੀ ਹੋਈ ਹੈ। ਮਹਾਰਾਜ ਆਖਦੇ ਨੇ ਮਾਇਆ ਮਨੁ ਨਾ ਵਿਸਰੈ ਮੰਗੈ ਦਮਾ ਦਮ। ਉਹ ਹਮੇਸ਼ਾ ਹੀ ਆਪਣੇ ਅੰਦਰ ਇੱਕ ਚਿੰਤਾ ਲੈ ਕੇ ਬੈਠਾ ਰਹਿੰਦਾ ਹੈ। ਜਿਹੜਾ ਮਾਇਆਧਾਰੀ ਹੈ ਉਸ ਦੇ ਅੰਦਰ ਇਹ ਚਿੰਤਾ ਹੈ। ਜਿਹਦੇ ਕੋਲ ਬਹੁਤੀ ਹੈ ਉਹਨੂੰ ਤੇ ਇਹ ਚਿੰਤਾ ਹੈ ਵੀ ਮੈਂ ਸਾਂਭਾ ਕਿੱਥੇ, ਤੇ ਜਿਹਦੇ ਕੋਲ ਇਹ ਨਹੀਂ ਤੇ ਉਹਦੇ ਅੰਦਰ ਇਹ ਚਿੰਤਾ ਵੀ ਮੈਨੂੰ ਹਾਸਲ ਕਿੱਥੋਂ ਹੋਵੇਗੀ, ਮੈਨੂੰ ਪ੍ਰਾਪਤ ਕਿੱਥੋਂ ਹੋਵੇਗੀ। ਤਾਂ ਗੁਰੂ ਸਾਹਿਬ ਆਖਦੇ ਨੇ ਮਾਇਆਧਾਰੀ ਜੀਵ ਜਿਹੜੇ ਚਿੰਤਾ ਵਿੱਚ ਬੈਠੇ ਹੋਏ ਹਨ, ਵੱਡੇ ਵੱਡੇ ਜੋ ਦਿਸੈ ਲੋਗ ਤਿਨ ਕੋ ਵਿਆਪੈ ਚਿੰਤਾ ਰੋਗ। ਐਸਾ ਨਾ ਸਮਝਿਓ ਕਿ ਬਹੁਤ ਸਾਰੇ ਵੱਡੇ ਧਨੀ ਪੁਰਖ ਨੇ ਉਹਨਾਂ ਕੋਲ ਚਿੰਤਾ ਨਹੀਂ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਉਹਨਾਂ ਅੰਦਰ ਵੀ ਚਿੰਤਾ ਹੈ, ਉਹਨਾਂ ਨੂੰ ਵੀ ਰੋਗ ਲੱਗੇ ਹੋਏ ਹਨ ਮਾਇਆ ਦੇ। ਦਿਨ ਰਾਤ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਹੈ। ਤਾਂ ਸਾਹਿਬ ਆਖਦੇ ਨੇ ਕਰੋੜਾਂ ਜੀਵ ਐਸੇ ਨੇ ਜਿਹੜੇ ਮਾਇਆ ਦੀ ਚਿੰਤਾ ਵਿੱਚ ਬੈਠੇ ਨੇ। ਕਰੋੜਾਂ ਐਸੇ ਨੇ ਜਿਹੜੇ ਧਨੀ ਹਨ। ਜਹ ਜਹ ਭਾਣਾ ਤੈ ਤੈ ਰਾਖੇ। ਭਾਈ ਜਿਵੇਂ ਮਾਲਕ ਨੂੰ ਚੰਗਾ ਲੱਗਦਾ ਹੈ ਨਾ ਉੱਥੇ ਜੀਵਾਂ ਨੂੰ ਰੱਖਦਾ ਹੈ। ਨਾਨਕ ਸਭ ਕਿਛ ਪ੍ਰਭ ਕੈ ਹਾਥੇ। ਹੇ ਨਾਨਕ ਇੰਜ ਆਖ ਕਿ ਸਭ ਕੁਛ ਅਕਾਲ ਪੁਰਖ ਦੇ ਹੱਥ ਵਿੱਚ ਹੈ। ਕੋਈ ਅਮੀਰ ਹੈ, ਕੋਈ ਗਰੀਬ ਹੈ, ਕੋਈ ਰਾਜਾ ਹੈ, ਕੋਈ ਰੰਕ ਹੈ, ਕੋਈ ਦੁਖੀ ਹੈ, ਕੋਈ ਸੁਖੀ ਹੈ। ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਪਰਮਾਤਮਾ ਨੇ ਉਹਨਾਂ ਨੂੰ ਉਸ ਸਥਾਨ ਤੇ ਰੱਖਿਆ ਹੋਇਆ ਹੈ। ਕਈ ਕੋਟ ਭਏ ਬੈਰਾਗੀ। ਹੁਣ ਮਹਾਰਾਜ ਰਹਿਮਤ ਕਰਦੇ ਨੇ ਜਿਹੜੇ ਰੱਬ ਦੇ ਪਿਆਰ ਵਿੱਚ ਜੁੜੇ ਹੋਏ ਜੀਵ ਨੇ। ਪਹਿਲਾਂ ਮਹਾਰਾਜ ਨੇ ਸੰਸਾਰੀ ਜੀਵਾਂ ਦੀ ਗੱਲ ਕੀਤੀ ਹੈ, ਹੁਣ ਮਹਾਰਾਜ ਨੇ ਰੱਬ ਦੇ ਪਰਮੇਸ਼ਰ ਦੇ ਰਾਹ ਤੇ ਤੁਰਨ ਵਾਲਿਆਂ ਦੀ ਗੱਲ ਕੀਤੀ ਹੈ। ਕਰੋੜਾਂ ਹੀ ਐਸੇ ਨੇ ਭਾਈ ਜਿਹੜੇ ਵੈਰਾਗੀ ਹੋ ਗਏ, ਜਿਨ੍ਹਾਂ ਅੰਦਰ ਸੰਸਾਰ ਦੀ ਲਾਲਸਾ ਮੁੱਕ ਗਈ, ਜੀਵਨ ਵਿੱਚ ਵੈਰਾਗ ਪੈਦਾ ਹੋ ਗਿਆ। ਬਾਬਾ ਫਰੀਦ ਜੀ ਤਾਂ ਉਸ ਮਨੁੱਖ ਨੂੰ ਜਿਉਂਦਿਆਂ ਹੀ ਮੁਰਦਾ ਆਖਦੇ ਨੇ ਜਿਹਦੇ ਅੰਦਰ ਵੈਰਾਗ ਪੈਦਾ ਨਹੀਂ ਹੋਇਆ। ਅਸੀਂ ਰੋਜ਼ਾਨਾ ਪਾਠ ਕਰਦੇ ਹਾਂ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ 5 ਬਾਣੀਆਂ ਦਾ ਸਾਨੂੰ ਨਿਤਨੇਮ ਬਖਸ਼ਿਸ਼ ਕੀਤਾ ਹੈ। ਪਹਿਲੀ ਪਾਵਨ ਬਾਣੀ ਦਾ ਨਾਮ ਹੀ ਜਪ ਹੈ। ਜਪ ਦਾ ਭਾਵ ਹੈ ਜਪਣਾ। ਭਾਈ ਤੂੰ ਬਾਣੀ ਨੂੰ ਜਪ, ਮਾਲਕ ਦੇ ਨਾਮ ਦਾ ਜਪਣਾ ਕਰ। ਇਸ ਤਰੀਕੇ ਨਾਲ ਜਪ ਕਿ ਜਾਪ ਤੱਕ ਪਹੁੰਚ ਜਾਵੇਂ। ਸਾਡੀ ਸਾਰੀ ਜ਼ਿੰਦਗੀ ਲੰਘ ਜਾਂਦੀ, ਸਾਨੂੰ ਜਪਣਾ ਨਹੀਂ ਆਉਂਦਾ। ਤੇ ਅਸੀਂ ਕਹਿੰਦੇ ਹਾਂ ਅਸੀਂ ਰੋਜ਼ 5 ਬਾਣੀਆਂ ਦਾ ਨਿਤਨੇਮ ਕਰਦੇ ਹਾਂ ਤੇ ਜੀਵਨ ਵਿੱਚ ਕੋਈ ਰਸ ਨਹੀਂ, ਕੋਈ ਆਨੰਦ ਨਹੀਂ, ਕੋਈ ਖੇੜਾ ਨਹੀਂ, ਕੋਈ ਟਿਕਾ ਨਹੀਂ, ਕੋਈ ਸਹਿਜ ਨਹੀਂ। ਉਸੇ ਤਰ੍ਹਾਂ ਹੀ ਭਟਕਣਾ। ਅਜੇ ਤਾਂ ਸਾਨੂੰ ਜਪਣਾ ਹੀ ਨਹੀਂ ਆਇਆ। ਮਹਾਰਾਜ ਆਖਦੇ ਨੇ ਜਪਣਾ ਇਸ ਤਰ੍ਹਾਂ ਹੈ ਕਿ ਨਾਲ ਨਾਲ ਉਹ ਜਪੇ ਹੋਏ ਦੀ ਕਮਾਈ ਵੀ ਕਰਨੀ ਹੈ। ਇਹ ਨਾ ਹੋਵੇ ਬਈ ਰਾਮ ਰਾਮ ਕਰਤਾ ਸਭ ਜਗ ਫਿਰੈ। ਭਾਈ ਮੁਖ ਤੋਂ ਤਾਂ ਜਪ ਰਿਹਾ ਹੈ ਪਰ ਅੰਦਰ ਜਪੇ ਹੋਏ ਦਾ ਜਿਹੜਾ ਵਿਚਾਰ ਹੈ ਉਹ ਤਾਂ ਵਸਿਆ ਹੀ ਨਹੀਂ। ਉਹ ਨਿਰੰਕਾਰ ਦੀ ਯਾਦ ਤਾਂ ਹਿਰਦੇ ਵਿੱਚ ਵਸੀ ਨਹੀਂ, ਵੀ ਧਿਆਨ ਕਿਤੇ ਹੋਰ ਹੈ ਤੇ ਜ਼ੁਬਾਨ ਜਪ ਰਹੀ ਹੈ। ਤਾਂ ਮਹਾਰਾਜ ਕਹਿ ਰਹੇ ਨੇ ਜਪ ਜਾਪ ਬਣ ਜਾਵੇ। ਜਪਣਾ ਅੰਮ੍ਰਿਤ ਵੇਲੇ ਹੈ ਤੇ ਮਹਾਰਾਜ ਆਖਦੇ ਨੇ ਜਿੱਦਣ ਜਾਪ ਬਣ ਗਿਆ ਉਦਣ ਤੂੰ ਦੁਨੀਆ ਦੇ ਮੇਲੇ ਵਿੱਚ ਵੀ ਬੈਠਾ ਹੋਏਗਾ, ਤੇਰੀ ਸੁਰਤ ਅੰਦਰੋਂ ਜਪ ਰਹੀ ਹੋਵੇਗੀ। ਦੁਨੀਆ ਦੀ ਕੋਈ ਭੀੜ ਐਸੀ ਨਹੀਂ ਤੇਰੀ ਸੁਰਤ ਨੂੰ ਖੰਡਿਤ ਕਰ ਸਕੇ, ਕੋਈ ਐਸੀ ਭੀੜ ਨਹੀਂ। ਬੱਚੇ ਨੂੰ ਸਾਈਕਲ ਖੁੱਲੀ ਥਾਂ ਤੇ ਸਿਖਾਈਦਾ ਹੈ, ਪਰ ਜਦੋਂ ਸਿੱਖ ਜਾਂਦਾ ਹੈ ਫਿਰ ਆਪੇ ਹੀ ਉਹ ਮਾਰਕੀਟ ਦੇ ਬਾਜ਼ਾਰਾਂ ਵਿੱਚ ਸਾਈਕਲ ਲੈ ਕੇ ਦੌੜ ਜਾਂਦਾ ਹੈ। ਮੋਟਰਸਾਈਕਲ
ਜਾਂ ਕਾਰ ਵੇਖੋ ਖੁੱਲੀ ਥਾਂ ਤੇ ਸਿਖਾਈ ਜਾਂਦੀ ਏ, ਜਿੱਥੇ ਭੀੜ ਨਹੀਂ ਹੁੰਦੀ, ਪਰ ਜਦੋਂ ਬੰਦਾ ਸਿੱਖ ਜਾਂਦਾ ਏ ਉਦੋਂ ਫਿਰ ਆਪ ਉਹ ਬਾਜ਼ਾਰਾਂ ਤੇ ਮਾਰਕੀਟਾਂ ਵਿੱਚ ਲੈ ਕੇ ਲਗਾ ਫਿਰਦਾ ਹੈ। ਇਸੇ ਤਰ੍ਹਾਂ ਅੰਮ੍ਰਿਤ ਵੇਲਾ ਉਹ ਸਮਾਂ ਹੈ ਜਦੋਂ ਕੋਈ ਭੀੜ ਨਹੀਂ, ਕੋਈ ਸ਼ੋਰ ਸ਼ਰਾਬਾ ਨਹੀਂ, ਕੋਈ ਭੱਜ ਦੌੜ ਨਹੀਂ, ਉੱਥੇ ਬਿਲਕੁਲ ਜਪਣ ਦੀ ਜਾਚ ਸਿਖਾਈ ਜਾਂਦੀ ਹੈ। ਜਿੱਦਣ ਜਪ ਤੋਂ ਜਾਪ ਪਹੁੰਚ ਗਿਆ ਤੇ ਜਾਪ ਸਵਈਏ ਵੈਰਾਗ ਬਣ ਜਾਵੇਗਾ, ਹਿਰਦੇ ਵਿੱਚ ਵੈਰਾਗ ਪੈਦਾ ਹੋ ਜਾਵੇਗਾ। ਜਿੱਦਣ ਵੈਰਾਗ ਪੈਦਾ ਹੋਇਆ ਤੇ ਮਹਾਰਾਜ ਆਖਦੇ ਨੇ ਉਦਣ ਇੱਕ ਲਾਲਸਾ ਬਣ ਜਾਵੇਗੀ, ਉਹ ਕੀ ਉਸ ਮਾਲਕ ਨੂੰ ਪ੍ਰਾਪਤ ਕਰਨ ਦੀ ਜਿਹੜਾ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ। ਹੁਣ ਜਿੱਦਣ ਉਸ ਮਾਲਕ ਦੇ ਦੀਦਾਰ ਹੋ ਗਏ ਫਿਰ ਜਾ ਕੇ ਆਨੰਦ ਤੇ ਪਹੁੰਚਣਾ ਹੈ, ਤਾਂ ਆਨੰਦ ਵਾਲੀ ਅਵਸਥਾ ਬਣੇਗੀ। ਫਿਰ ਜਦੋਂ ਉਸ ਪੌੜੀ ਤੇ ਮਨੁੱਖ ਕਦਮ ਰੱਖਦਾ ਫਿਰ ਕਹਿੰਦਾ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸਿੱਧੀ ਮਨ ਵਜੀਆਂ ਵਾਧਾਈਆਂ। ਤਾਂ ਉਸ ਸਮੇਂ ਫਿਰ ਮਨੁੱਖ ਦੇ ਜੀਵਨ ਵਿੱਚ ਪਰਿਪੂਰਨ ਆਨੰਦ ਜਿਹੜਾ ਹੈ ਉਹ ਬਣ ਜਾਂਦਾ ਹੈ। ਤਾਂ ਵੈਰਾਗ ਇੱਕ ਅਵਸਥਾ ਹੈ। ਬੇਅੰਤ ਜੀਵ ਐਸੇ ਨੇ, ਮਹਾਰਾਜ ਆਖਦੇ ਨੇ, ਜਿਹੜੇ ਵੈਰਾਗ ਵਾਲੀ ਅਵਸਥਾ ਵਿੱਚ ਬੈਠੇ ਹਨ। ਰਾਮ ਨਾਮ ਸੰਗ ਤਿਨ ਲਿਵ ਲਾਗੀ, ਰਮੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਉਹਨਾਂ ਦੀ ਲਿਵ ਜੁੜ ਗਈ। ਕਈ ਕੋਟ ਪ੍ਰਭ ਕੋ ਖੋਜਨ ਤੇ, ਇਸ ਰੱਬ ਦੀ ਬਣਾਈ ਕਾਇਨਾਤ ਵਿੱਚ ਕਰੋੜਾਂ ਜੀਵ ਰੱਬ ਨੂੰ ਲੱਭ ਰਹੇ ਹਨ। ਕੋਈ ਜੰਗਲਾਂ ਵਿੱਚ, ਕੋਈ ਪਹਾੜਾਂ ਵਿੱਚ, ਕੋਈ ਪਰਬਤਾਂ ਵਿੱਚ, ਕੋਈ ਤੀਰਥਾਂ ਤੇ, ਕੋਈ ਗੁਰਦੁਆਰੇ ਮਸੀਤਾਂ ਵਿੱਚ, ਕੋਈ ਮੰਦਰਾਂ ਵਿੱਚ ਰੱਬ ਨੂੰ ਲੱਭ ਰਿਹਾ ਹੈ। ਰੱਬ ਕਿਤੇ ਗਵਾਚਿਆ ਹੋਇਆ, ਅਕਾਲ ਪੁਰਖ ਕਿਤੇ ਗਵਾਚ ਗਿਆ। ਜਦੋਂ ਕੋਈ ਮਨੁੱਖ ਇਹ ਕਹਿੰਦਾ ਮੈਂ ਰੱਬ ਨੂੰ ਲੱਭ ਰਿਹਾ ਵਾਂ, ਸਮਝੋ ਵੀ ਉਹ ਬੰਦਾ ਭਟਕਿਆ ਹੋਇਆ ਹੈ, ਕਿਉਂਕਿ ਰੱਬ ਕੋਈ ਗਵਾਚੀ ਹੋਈ ਚੀਜ਼ ਨਹੀਂ, ਰੱਬ ਤਾਂ ਤੇਰੇ ਨਾਲ ਹੈ। ਇਸ ਕਰਕੇ ਮਹਾਰਾਜ ਨੇ ਆਪਣੇ ਆਪੇ ਦੀ ਖੋਜ ਕਰਨ ਵਾਸਤੇ ਬਾਣੀ ਵਿੱਚ ਕਿਹਾ ਹੈ, ਰੱਬ ਨੂੰ ਖੋਜਣ ਦੀ ਗੱਲ ਨਹੀਂ ਕੀਤੀ। ਇੱਕ ਵੀ ਸ਼ਬਦ ਐਸਾ ਨਹੀਂ ਜਿੱਥੇ ਰੱਬ ਨੂੰ ਖੋਜਣ ਦੀ ਗੱਲ ਕੀਤੀ ਗਈ ਹੋਵੇ। ਹਾਂ, ਆਪਣੇ ਆਪ ਨੂੰ ਖੋਜਣ ਦੀ ਗੱਲ ਮਹਾਰਾਜ ਨੇ ਕੀਤੀ। ਬੰਦੇ ਖੋਜ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ, ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ। ਆਪਣੇ ਅੰਦਰ ਨੂੰ ਖੋਜ। ਬੰਦਿਆ ਤੂੰ ਪਹਾੜਾਂ ਨੂੰ ਖੋਜਿਆ, ਤੂੰ ਚੰਨ ਤਾਰਿਆਂ ਨੂੰ ਖੋਜਦਾ, ਤੂੰ ਸਾਗਰ ਤੇ ਨਾਲੇ ਤੇ ਸਮੁੰਦਰਾਂ ਨੂੰ, ਧਰਤੀ ਨੂੰ ਖੋਜਦਾ, ਕਦੀ ਆਪਣੇ ਆਪ ਨੂੰ ਵੀ ਖੋਜ। ਤਾਂ ਸਾਹਿਬ ਆਖਦੇ ਨੇ ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਤੇਰੇ ਨਾਲ ਤੇ ਤੂੰ ਬਾਹਰ ਖੋਜਣਾ ਹੈ। ਗੁਰੂ ਅਰਜਨ ਸਾਹਿਬ ਆਖਦੇ ਨੇ ਕਰੋੜਾਂ ਜੀਵ ਜਿਹੜੇ ਰੱਬ ਨੂੰ ਖੋਜਣ ਵਾਸਤੇ ਨਿਕਲੇ ਨੇ, ਆਤਮ ਮੈਂ ਪਾਰ ਬ੍ਰਹਮ ਲਹਨ ਤੇ, ਪਰ ਉਹਨਾਂ ਨੂੰ ਅੰਤਰ ਆਤਮਾ ਹੀ ਪਰਮਾਤਮਾ ਲੱਭ ਜਾਂਦਾ ਹੈ। ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਰੱਬ ਕਿਤੇ ਬਾਹਰ ਨਹੀਂ, ਰੱਬ ਤਾਂ ਸਾਡੇ ਅੰਦਰ ਹੀ ਬਿਰਾਜਮਾਨ ਹੈ। ਕਈ ਕੋਟ ਦਰਸ਼ਨ ਪ੍ਰਭ ਪਿਆਸ, ਕਰੋੜਾਂ ਜੀਵ ਜਿਨ੍ਹਾਂ ਨੂੰ ਰੱਬ ਦੇ ਦਰਸ਼ਨਾਂ ਦੀ ਪਿਆਸ ਹੈ। ਬੜੇ ਮੁਬਾਰਕ ਐਸੇ ਧਨਤਾ ਯੋਗ ਜੀਵ ਹਨ। ਐਸੇ ਜੀਵਾਂ ਨੂੰ ਨਮਸਕਾਰ ਜਿਨ੍ਹਾਂ ਅੰਦਰ ਪਿਆਸ ਪੈਦਾ ਹੋਈ ਹੈ। ਜਿਹਨੂੰ ਪਿਆਸ ਨਹੀਂ ਲੱਗੀ ਉਹ ਪਾਣੀ ਕੀ ਮੰਗੇਗਾ, ਉਹ ਪਾਣੀ ਕੀ ਪੀਵੇਗਾ। ਪਿਆਸ ਹੀ ਬੰਦੇ ਨੂੰ ਪਾਣੀ ਤੱਕ ਲੈ ਕੇ ਜਾਂਦੀ ਹੈ। ਤਾਂ ਮਹਾਰਾਜ ਆਖਦੇ ਨੇ ਕਰੋੜਾਂ ਐਸੇ ਜੀਵ ਰੱਬ ਦੇ ਪਿਆਰੇ ਜਿਨ੍ਹਾਂ ਅੰਦਰ ਦਰਸ਼ਨਾਂ ਦੀ ਪਿਆਸ ਪੈਦਾ ਹੋ ਗਈ। ਤਿਨ ਕੋ ਮਿਲਿਓ ਪ੍ਰਭ ਅਬਨਾਸ਼, ਬਸ ਉਹਨਾਂ ਦੀ ਪਿਆਸ ਹੀ ਉਹਨਾਂ ਨੂੰ ਰੱਬ ਤੱਕ ਲੈ ਗਈ, ਰੱਬ ਤੱਕ ਪਹੁੰਚ ਗਏ। ਉਹ ਅਬਨਾਸ਼ੀ ਪ੍ਰਭੂ ਉਹਨਾਂ ਨੂੰ ਮਿਲ ਗਿਆ। ਕਈ ਕੋਟ ਮੰਗੈ ਸਤ ਸੰਗ, ਕਰੋੜਾਂ ਜੀਵ ਐਸੇ ਜਿਹੜੇ ਪਰਮੇਸ਼ਰ ਦਾ ਸਤ ਸੰਗ ਮੰਗਦੇ ਨੇ ਕਿ ਸਾਨੂੰ ਸਤ ਸੰਗਤ ਮਿਲੇ, ਭਲੇ ਪੁਰਸ਼ਾਂ ਦਾ ਸੰਗ ਮਿਲੇ। ਪਾਰ ਬ੍ਰਹਮ ਤਿਨ ਲਾਗਾ ਰੰਗ, ਤਾਂ ਉਹ ਪਰਿਪੂਰਨ ਪਰਮਾਤਮਾ ਦੇ ਚਰਨਾਂ ਵਿੱਚ ਉਹਨਾਂ ਦਾ ਪ੍ਰੇਮ ਬਣ ਜਾਂਦਾ ਹੈ। ਜਿਨ ਕੋ ਹੋਏ ਆਪ ਸੋ ਪ੍ਰਸੰਨ, ਜਿਨ੍ਹਾਂ ਉੱਤੇ ਪਰਮਾਤਮਾ ਆਪ ਪ੍ਰਸੰਨ ਹੁੰਦਾ ਹੈ, ਖੁਸ਼ ਹੋ ਜਾਂਦਾ ਹੈ। ਨਾਨਕ ਤੇ ਜਨ ਸਦਾ ਧਨ ਧਨ, ਹੇ ਨਾਨਕ ਐਸੇ ਪੁਰਖ ਸਦਾ ਹੀ ਧਨਤਾ ਯੋਗ ਹਨ। ਉਹਨਾਂ ਨੂੰ ਸ਼ਾਬਾਸ਼ ਹੈ ਜਿਨ੍ਹਾਂ ਉੱਤੇ ਮਾਲਕ ਤਰੁੱਠ ਗਿਆ, ਖੁਸ਼ ਹੋ ਗਿਆ। ਕਈ ਕੋਟ ਖਾਣੀ ਅਰਖੰਡ, ਹੁਣ ਪਰਮਾਤਮਾ ਦੀ ਰਚਨਾ ਬਾਰੇ ਜ਼ਿਕਰ ਕਰਦੇ ਨੇ ਸਾਹਿਬ ਕਿ ਭਲਿਆ ਪਰਮਾਤਮਾ ਦੀ ਜਿਹੜੀ ਇਹ ਕਾਇਨਾਤ ਹੈ, ਇਹ ਧਰਤੀ 9 ਖੰਡ ਨੇ। ਇਸ ਧਰਤੀ ਉੱਤੇ ਜੀਵ ਆਉਂਦੇ ਹਨ ਉਹ 4 ਤਰੀਕਿਆਂ ਦੇ ਨਾਲ।
ਚਾਰ ਤਰੀਕੇ ਹਨ ਜਿਨ੍ਹਾਂ ਦਾ ਜ਼ਿਕਰ ਕਲਗੀਧਰ ਪਾਤਸ਼ਾਹ ਜੀ ਨੇ ਵੀ ਕੀਤਾ ਹੈ। ਅੰਡਜ, ਜੇਰਜ, ਸੇਤਜ, ਉਤਪੁਜ, ਇਹ ਚਾਰ ਖਾਣੀਆਂ ਹਨ। ਕਈ ਜੀਵ ਆਂਡਿਆਂ ਰਾਹੀਂ ਜਨਮ ਲੈਂਦੇ ਹਨ, ਕਈ ਜੀਵ ਜਿਹੜੇ ਹਨ ਉਹ ਜ਼ਰ ਆਦਿਕ ਰਾਹੀਂ ਜਨਮ ਲੈਂਦੇ ਹਨ, ਜਿਵੇਂ ਮਨੁੱਖ ਹੋ ਗਏ। ਤੀਸਰੇ ਉਹ ਨੇ ਜਿਹੜੇ ਉਤਪੁਜ ਆਪਣੇ ਆਪ ਪੈਦਾ ਹੋਏ ਨੇ, ਜਿਵੇਂ ਪਹਾੜਾਂ ਉੱਤੇ ਘਾਹ, ਵਨਸਪਤੀ ਜਾਂ ਦਰਖਤ ਪੈਦਾ ਹੋ ਜਾਂਦੇ ਨੇ, ਜਿਨ੍ਹਾਂ ਨੂੰ ਪੈਦਾ ਨਹੀਂ ਕਰਨਾ ਪੈਂਦਾ। ਸੇਤਜ ਉਹ ਨੇ ਜਿਹੜੇ ਸਲਾਬੀ ਦੇ ਕਾਰਨ, ਪਸੀਨੇ ਦੇ ਕਾਰਨ ਜੀਵ ਪੈਦਾ ਹੁੰਦੇ ਨੇ। ਜਿੱਥੇ ਗਿੱਲੀ ਜਗ੍ਹਾ ਹੋਵੇ ਉੱਥੇ ਕੋਈ ਇੱਟ ਰੱਖੀ ਹੋਵੇ ਤੇ ਚੁੱਕੀ ਜਾਵੇ ਤੇ ਉਹਦੇ ਥੱਲੇ ਕੀਟ ਪੈਦਾ ਹੋ ਜਾਂਦੇ, ਨਿਕਲ ਜਾਂਦੇ ਨੇ। ਤਾਂ ਇਹ ਚਾਰ ਖਾਣੀਆਂ ਹਨ। ਮਹਾਰਾਜ ਆਖਦੇ ਨੇ ਪਰਮਾਤਮਾ ਦੀ ਰਚਨਾ ਵਿੱਚ 9 ਖੰਡਾਂ ਵਿੱਚ, ਭਾਵ ਇਹ ਧਰਤੀ ਤੇ ਚਾਰ ਖਾਣੀਆਂ ਰਾਹੀਂ ਕਰੋੜਾਂ ਜੀਵ ਪੈਦਾ ਹੁੰਦੇ ਨੇ। ਕਈ ਕੋਟ ਆਕਾਸ਼ ਬ੍ਰਹਿਮੰਡ, ਕਰੋੜਾਂ ਹੀ ਆਕਾਸ਼ ਤੇ ਬ੍ਰਹਿਮੰਡ ਬਣਾਏ ਨੇ ਅਕਾਲ ਪੁਰਖ ਨੇ। ਕਈ ਕੋਟ ਹੋਏ ਅਵਤਾਰ, ਭਾਈ ਉਸ ਆਕਾਸ਼ ਤੇ ਬ੍ਰਹਿਮੰਡ ਵਿੱਚ ਕਰੋੜਾਂ ਹੀ ਜੀਵ ਪੈਦਾ ਹੋਏ ਨੇ ਜਿਨ੍ਹਾਂ ਜਨਮ ਲਿਆ ਹੈ। ਕਈ ਜੁਗਤ ਕੀਨੋ ਵਿਸਥਾਰ, ਰੱਬ ਨੇ ਕਰੋੜਾਂ ਹੀ ਜੀਵ ਯੁਗਤੀ ਦੇ ਨਾਲ ਪੈਦਾ ਕੀਤੇ ਤੇ ਉਹਨਾਂ ਦਾ ਵਿਸਥਾਰ ਕੀਤਾ। ਕਈ ਕਿਸਮਾਂ ਦੇ ਪੈਦਾ ਕੀਤੇ ਜੀਵ। ਕਈ ਬਾਰ ਪਸਰਿਓ ਪਾਸਾਰ, ਇਹ ਜੋ ਕਾਇਨਾਤ ਵਿੰਨ ਹੈ ਨਾ, ਇਹ ਕੋਈ ਇੱਕ ਵਾਰ ਨਹੀਂ ਬਣੀ। ਅੱਜ ਕਿੰਨੀ ਵਾਰ ਇਹ ਧਰਤੀ ਬਣੀ ਹੈ ਤੇ ਕਿੰਨੀ ਵਾਰੀ ਖਤਮ ਹੋਈ ਹੈ, ਇਹਦਾ ਕੋਈ ਪਤਾ ਨਹੀਂ। ਕਿੰਨੀ ਵਾਰ ਇਹ ਸ੍ਰਿਸ਼ਟੀ ਬਣੀ, ਕਿੰਨੇ ਵਾਰ ਖਤਮ ਹੋ ਗਈ, ਇਹਦਾ ਕੋਈ ਅੰਤ ਨਹੀਂ ਹੈ। ਸਦਾ ਸਦਾ ਇੱਕ ਏਕੰਕਾਰ, ਧਰਤੀ ਬਣਦੀ ਹੈ, ਬਿਣਸ ਜਾਂਦੀ ਏ। ਜੀਵ ਪੈਦਾ ਹੁੰਦੇ ਨੇ, ਬਿਣਸ ਜਾਂਦੇ ਹਨ, ਪਰ ਇੱਕ ਅਕਾਲ ਪੁਰਖ ਨਾ ਕਦੀ ਜਨਮ ਲੈਂਦਾ ਤੇ ਨਾ ਕਦੀ ਮਰਦਾ। ਉਹ ਇਹਨੂੰ ਪੈਦਾ ਕਰਨ ਵਾਲਾ, ਇਹਨੂੰ ਮਿਟਾ ਦਿੰਦਾ ਹੈ, ਖਤਮ ਕਰ ਦਿੰਦਾ ਹੈ, ਪਰ ਉਹ ਆਪ ਇੱਕ ਸਦਾ ਮੌਜੂਦ ਰਹਿੰਦਾ ਹੈ। ਕਈ ਕੋਟ ਕੀਨੇ ਬਹੁ ਭਾਂਤ, ਜਦੋਂ ਸਾਰੀ ਕਾਇਨਾਤ ਨੂੰ ਮਿਟਾ ਦਿੰਦਾ ਹੈ, ਖਤਮ ਕਰ ਦਿੰਦਾ ਹੈ, ਫਿਰ ਤੋਂ ਉਹ ਭਾਂਤ ਭਾਂਤ ਦੇ ਜੀਵ ਪੈਦਾ ਕਰਦਾ ਹੈ। ਪ੍ਰਭ ਤੇ ਹੋਏ ਪ੍ਰਭ ਮਾਹੇ ਸਮਾਤ, ਮਹਾਰਾਜ ਉਹ ਜੀਵ ਜਾਂਦੇ ਕਿੱਥੇ ਨੇ? ਤੇ ਸਾਹਿਬ ਆਖਦੇ ਨੇ ਰੱਬ ਨੇ ਹੀ ਉਹਨਾਂ ਨੂੰ ਪੈਦਾ ਕੀਤਾ ਤੇ ਰੱਬ ਵਿੱਚ ਹੀ ਲੀਨ ਹੋ ਜਾਂਦੇ ਨੇ। ਤਾਕਾ ਅੰਤ ਨਾ ਜਾਣੈ ਕੋਏ, ਭਾਈ ਰੱਬ ਅਤੇ ਉਹਦੀ ਰਚਨਾ ਦਾ ਕੋਈ ਅੰਤ ਨਹੀਂ ਜਾਣਦਾ ਹੈ। ਆਪੇ ਆਪ ਨਾਨਕ ਪ੍ਰਭ ਸੋਏ, ਹੇ ਨਾਨਕ ਇੰਜ ਆਖ ਕਿ ਉਹ ਅਕਾਲ ਪੁਰਖ ਪਰਮਾਤਮਾ ਆਪਣੇ ਵਰਗਾ ਆਪ ਹੀ ਉਹੀ ਜਾਣਦਾ ਹੈ ਆਪਣੀ ਕਾਇਨਾਤ ਬਾਰੇ। ਅਖੀਰਲੇ ਬਚਨ ਮਹਾਰਾਜ ਕਰਦੇ ਨੇ, ਕਈ ਕੋਟ ਪਾਰ ਬ੍ਰਹਮ ਕੇ ਦਾਸ, ਕਰੋੜਾਂ ਹੀ ਇਸ ਧਰਤੀ ਦੇ ਉੱਤੇ ਰੱਬ ਦੇ ਸੇਵਕ ਨੇ। ਤਿੰਨ ਹੋਵਤ ਆਤਮ ਪ੍ਰਗਾਸ, ਜਿਨ੍ਹਾਂ ਦੇ ਅੰਤਰ ਆਤਮੇ ਪ੍ਰਭੂ ਦਾ ਪ੍ਰਕਾਸ਼ ਹੋ ਗਿਆ। ਕਈ ਕੋਟ ਤਤ ਕੇ ਬੇਤੇ, ਕਰੋੜਾਂ ਜੀਵ ਐਸੇ ਨੇ ਜਿਨ੍ਹਾਂ ਨੂੰ ਤਤ ਦੀ ਸਮਝ ਆ ਗਈ। ਤਤ ਕੇ ਬੇਤੇ, ਜਾਣਨ ਵਾਲੇ, ਜਿਹੜੇ ਉਸ ਤਤ ਪਰਮੇਸ਼ਰ ਨੂੰ ਜਾਣ ਗਏ ਹਨ। ਸਦਾ ਨਿਹਾਰੈ ਏਕੋ ਨੇਤਰੇ, ਉਹ ਹਰ ਥਾਂ ਤੇ ਇੱਕ ਨੂੰ ਵੇਖਦੇ ਨੇ ਇਹਨਾਂ ਅੱਖਾਂ ਦੇ ਨਾਲ। ਕਈ ਕੋਟ ਨਾਮ ਰਸ ਪੀਵੈ, ਕਈ ਕਰੋੜਾਂ ਜੀਵ ਜਿਹੜੇ ਪਰਮਾਤਮਾ ਦੇ ਨਾਮ ਦਾ ਰਸ ਤੇ ਆਨੰਦ ਮਾਣ ਰਹੇ ਹਨ। ਅਮਰ ਭਏ ਸਦ ਸਦ ਹੀ ਜੀਵੈ, ਜਿਨ੍ਹਾਂ ਨੇ ਨਾਮ ਦਾ ਰਸ ਮਾਣਿਆ, ਰੱਬ ਦੇ ਸੇਵਕ ਬਣ ਗਏ, ਚਰਨਾਂ ਨਾਲ ਜੁੜ ਗਏ, ਐਸੇ ਫਿਰ ਅਮਰ ਹੋ ਜਾਂਦੇ ਨੇ। ਸਤਿਗੁਰ ਕੈ ਜਨਮੈ ਗਵਨ ਮਿਟਾਇਆ, ਸਤਿਗੁਰ ਦੇ ਘਰ ਜਦੋਂ ਜਨਮ ਹੋ ਗਿਆ, ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਜਿਨ੍ਹਾਂ ਦਾ ਸਤਿਗੁਰ ਦੇ ਸ਼ਬਦ ਰਾਹੀਂ ਜਨਮ ਹੁੰਦਾ ਹੈ, ਪਹਿਲਾਂ ਉਹਨਾਂ ਦੀ ਹਉਮੈ ਮਰਦੀ ਹੈ, ਮੈਂ ਮੇਰੀ ਮਿਟ ਜਾਂਦੀ, ਫਿਰ ਉਹਨਾਂ ਦਾ ਜਨਮ ਹੁੰਦਾ ਏ। ਐਸੇ ਮਨੁੱਖ ਫਿਰ ਦੁਨੀਆ ਵਿੱਚ ਕਦੀ ਮਰਦੇ ਨਹੀਂ, ਸਦਾ ਜਿਉਂਦੇ ਰਹਿੰਦੇ ਨੇ। ਕਈ ਕੋਟ ਨਾਮ ਗੁਣ ਗਾਵੈ, ਭਾਈ ਤੂੰ ਕੱਲਾ ਹੀ ਗੁਣ ਨਹੀਂ ਗਾ ਰਿਹਾ, ਕਰੋੜਾਂ ਹੀ ਜੀਵ ਜਿਹੜੇ ਰੱਬ ਦੇ ਗੁਣਾਂ ਨੂੰ ਗਾ ਰਹੇ ਹਨ। ਆਤਮ ਰਸ ਸੁਖ ਸਹਿਜ ਸੁਭਾਵੈ, ਗੁਣ ਗਾਉਂਦੇ ਗਾਉਂਦੇ ਅੰਤਰ ਆਤਮੇ ਉਹ ਪਰਮੇਸ਼ਰ ਦੇ ਰਸ ਵਿੱਚ, ਸੁਖ ਵਿੱਚ, ਆਤਮਕ ਅਡੋਲਤਾ ਵਿੱਚ ਲੀਨ ਹਨ। ਆਪਣੇ ਜਨ ਕੋ ਸਾਸ ਸਾਸ ਸਮਾਰੇ, ਹੇ ਭਾਈ ਪਰਮਾਤਮਾ ਆਪਣੇ ਸੇਵਕ ਦੀ ਹਰ ਪਲ ਸੰਭਾਲ ਕਰਦਾ ਏ।
ਉਹਦੀ ਰੱਖਿਆ ਕਰਦਾ ਏ, ਉਹਦੀ ਪਾਲਣਾ ਕਰਦਾ ਏ। ਨਾਨਕ ਹੋਏ ਪਰਮੇਸ਼ਰ ਕੇ ਪਿਆਰੇ। ਹੇ ਨਾਨਕ, ਇੰਜ ਆਖ ਕਿ ਉਹ ਜਿਹੜੇ ਪਰਮਾਤਮਾ ਦੇ ਪਿਆਰੇ ਭਗਤ, ਜਿਹੜੇ ਰੱਬ ਨੂੰ ਬੜੇ ਪਿਆਰੇ ਲੱਗਦੇ ਨੇ, ਚੰਗੇ ਲੱਗਦੇ ਨੇ, ਰੱਬ ਉਹਨਾਂ ਦੀ ਸੰਭਾਲ ਕਰਦਾ ਹੈ। ਸੋ ਗੁਰੂ ਪਿਆਰ ਵਾਲਿਓ, ਸਤਿਗੁਰ ਪਾਤਸ਼ਾਹ ਜੀ ਨੇ ਬੇਅੰਤ ਰਚਨਾ ਦੀ, ਬੇਅੰਤ ਗੁਣਾਂ ਵਾਲੇ ਪ੍ਰਭੂ ਦੀ ਜਿਹੜੀ ਹੈ ਇਸ ਪਾਵਨ ਅਸ਼ਟਪਦੀ ਵਿੱਚ ਸਾਨੂੰ ਗੱਲ ਸਮਝਾਈ ਹੈ ਕਿ ਭਾਈ ਤੂੰ ਇਕੱਲਾ ਹੀ ਇਸ ਸੰਸਾਰ ਵਿੱਚ ਨਹੀਂ, ਬਲਕਿ ਨਜ਼ਰ ਮਾਰ ਕੇ ਵੇਖ, ਉਹਦੀ ਬੇਅੰਤ ਰਚਨਾ ਵਿੱਚ ਬੇਅੰਤ ਹੀ ਜੀਵ ਉਹਦੀ ਉਸਤਤ ਕਰ ਰਹੇ ਨੇ, ਉਹਦੀ ਵਡਿਆਈ ਕਰ ਰਹੇ ਹਨ। ਸੋ ਆਪਾਂ ਵੀ ਉਸ ਪਰਿਪੂਰਨ ਪਰਮਾਤਮਾ ਦੇ ਗੁਣ ਗਾਈਏ, ਉਹਦੀ ਉਸਤਤ ਤੇ ਵਡਿਆਈ ਕਰੀਏ, ਤਾਂ ਜੋ ਸਾਡਾ ਸਾਰਿਆਂ ਦਾ ਜੀਵਨ ਸਫਲਾ ਹੋ ਸਕੇ। ਮਹਾਰਾਜ ਸਾਨੂੰ ਸਾਰਿਆਂ ਨੂੰ ਅਸੀਸ ਬਖਸ਼ ਕੇ ਨਵਾਜਣ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।